ਜੇ ਅਸੀਂ ਵੀ ਉਹੀ ਕਰੀ ਜਾਵਾਂਗੇ ਜਿਹੜਾ ਰੈਸਟ ਆਫ ਦੀ ਟੀਮ ਕਰ ਰਹੀ ਹੈ ਦੈਨ ਹਾਊ ਦ ਕਰੈਕਟਰ ਵੁੱਡ ਸਟੈਂਡ ਆਊਟ। ਆਪਣੇ ਆਪ ਨੂੰ ਸਵੇਰੇ ਸ਼ੀਸ਼ੇ 'ਚ ਉੱਠ ਕੇ ਵੇਖਣਾ ਅੱਡ ਲੱਗਦਾ ਹੈ ਬਿਕਾਜ਼ ਆਪਣੇ ਆਪ ਨੂੰ ਪਹਿਲੇ ਕਿਤੇ ਤੁਸੀਂ ਫਿੱਟ ਵੇਖਦੇ ਹੋ ਦੈਨ ਸਰਟਨਲੀ ਯੂ ਹੈਵ ਗੇਨਡ weight ਸੋ ਉਹ ਚੀਜ਼ਾਂ ਚੈਲੰਜਿੰਗ ਨੇ ਬਟ ਐਨੀ ਵੇਜ਼ ਦਿਸ ਇਜ਼ ਪਾਰਟ ਆਫ ਆਰ ਲਾਈਫ ਇਹ ਸਾਡਾ ਪ੍ਰੋਫੈਸ਼ਨ ਹੈ। ਸੋ ਯੈਸ ਬੀ ਇਨ ਪੋਜ਼ੀਟਿਵ ਐਂਡ ਗੁੱਡ ਟਰਮਸ ਬਟ ਐਕਸਪੈਕਟੇਸ਼ਨਸ ਤੁਹਾਨੂੰ ਦੁੱਖ ਹੀ ਦੇਣਗੀਆਂ। ਮੇਰਾ ਪਰਸਨਲ ਐਕਸਪੀਰੀਅੰਸ ਹੈ ਹੋਰ ਉਸ ਤੋਂ ਬਾਅਦ ਤਾਂ ਕਦੀ ਕੁਝ ਦਿੱਤਾ ਨਹੀਂ ਐਕਸਪੈਕਟੇਸ਼ਨਸ ਨੇ ਬਟ ਹਾਂ ਇੱਕ ਮਾਈਂਡ ਸੈਟਅਪ ਜਿਹਾ ਕ੍ਰੀਏਟ ਕਰ ਦਿੰਦੀ ਹੈ। ਸੋ ਚੀਜ਼ ਹਮੇਸ਼ਾ ਤਾਨੀਆ ਲਈ ਬੋਲੀ ਜਾ ਰਹੀ ਹੈ ਅੱਜ ਕੱਲ੍ਹ ਕਿ ਤਾਨੀਆ ਕਰੈਕਟਰਸ ਨੂੰ ਬਹੁਤ ਹੀ ਧਿਆਨ ਦੇ ਨਾਲ ਹੈ ਨਾ ਹਰ ਇੱਕ ਚੀਜ਼ ਨੂੰ ਹਰ ਇੱਕ ਮੂਵਮੈਂਟ ਨੂੰ ਬਹੁਤ ਧਿਆਨ ਦੇ ਨਾਲ ਕਰਦੀ ਹੈ ਔਰ ਤਾਨੀਆ ਆਪਣੇ ਅੰਦਰ ਵਸਾ ਲੈਂਦੀ ਹੈ ਕਰੈਕਟਰ ਨੂੰ। ਸੋ ਤਾਨੀਆ ਸ਼ੁਰੂ ਤੋਂ ਹੀ ਇੱਦਾਂ ਦਾ ਸ਼ੌਕ ਸੀਗਾ ਕਿ ਹਾਂ ਜਦੋਂ ਮੈਂ ਐਕਟਿੰਗ ਕਰਨੀ ਹੈ ਜਦੋਂ ਮੈਂ ਪਰਦੇ 'ਤੇ ਦਿਖਣਾ ਹੈ ਤੇ ਮੈਂ ਹਰ ਇੱਕ ਚੀਜ਼ ਪਰਫੈਕਟਲੀ ਕਰਨੀ ਹੈ ਮਤਲਬ ਇੱਕ ਚੀਜ਼ ਵੀ ਜਾਂ ਥੋੜ੍ਹੀ ਜਿਹੀ ਚੀਜ਼ ਵੀ ਇਮਪਰਫੈਕਟ ਨਾ ਹੋਵੇ। ਵੇਖੋ ਮੈਂ ਇਹ ਮੰਨਦੀ ਹਾਂ ਕਿ ਇੱਕ ਬਹੁਤ ਨਾ ਫਾਈਨ ਲਾਈਨ ਹੁੰਦੀ ਹੈ ਓਵਰ ਕਰਨ 'ਚ ਅਤੇ ਅੰਡਰ ਕਰਨ 'ਚ। ਜ਼ਰੂਰੀ ਨਹੀਂ ਹੁੰਦਾ ਤੁਹਾਨੂੰ ਐਕਟਿੰਗ ਆਉਂਦੀ ਹੈ ਅਤੇ ਤੁਸੀਂ ਓਵਰ ਹੀ ਕਰੀ ਜਾਓ ਅਤੇ ਜ਼ਰੂਰੀ ਨਹੀਂ ਹੁੰਦਾ ਕਿ ਉਹ ਕਰੈਕਟਰ ਦੀ ਰਿਕੁਆਇਰਮੈਂਟ ਨਹੀਂ ਗੀ ਅਤੇ ਤੁਸੀਂ ਅੰਡਰ ਕਰਕੇ ਉਹਨੂੰ ਖ਼ਤਮ ਕਰ ਦਿਓ। ਦੇਰ ਇਜ਼ ਅ ਸਰਟਨ ਲਾਈਨ ਕਿ ਜਿੰਨਾ ਕੁ ਚਾਹੀਦਾ ਉਸ ਕਰੈਕਟਰ ਨੂੰ ਉਨਾ ਕੁ ਆਡੀਅנס ਨੂੰ ਦਿਓ। ਡਜ਼ਨਟ ਮੈਟਰ ਤੁਹਾਡੇ ਅਗਲਾ ਬੰਦਾ 200% ਲਾਊਡ ਹੈ ਐਂਡ ਤੁਹਾਨੂੰ 10% ਹੈ ਪਰਫੋਰਮੈਂਸ। ਡਜ਼ਨਟ ਮੈਟਰ ਤੁਹਾਡਾ ਅਗਲਾ ਬੰਦਾ -200% ਹੈ ਐਂਡ ਯੂ ਆਰ 5% in front that is every single character ਦਾ ਇੱਕ ਪੇਸ ਹੁੰਦਾ ਹੈ ਇੱਕ ਗ੍ਰਾਫ ਹੁੰਦਾ ਹੈ that is how that character is different from the other character। ਜੇ ਅਸੀਂ ਵੀ ਉਹੀ ਕਰੀ ਜਾਵਾਂਗੇ ਜਿਹੜਾ ਰੈਸਟ ਆਫ ਦੀ ਟੀਮ ਕਰ ਰਹੀ ਹੈ ਦੈਨ ਹਾਊ ਦ ਕਰੈਕਟਰ ਵੁੱਡ ਸਟੈਂਡ ਆਊਟ। ਸੋ ਮੈਂ ਉਹ ਸੋਚਦੀ ਹਾਂ ਕਿ ਉਹ ਕਰੈਕਟਰ ਕਿਹੋ ਜਿਹਾ ਹੋਏਗਾ ਇਨ ਰੀਅਲ ਲਾਈਫ ਐਂਡ ਦੈਨ ਆਈ ਸਟਾਰਟ ਮੀਟਿੰਗ ਦੋਜ਼ ਏਜ ਗਰੁੱਪ ਪੀਪਲ ਜਿਹੜੇ ਉਹਦੀ ਲਾਈਫ ਜੀ ਰਹੇ ਨੇ ਥੋੜ੍ਹੀ ਬਹੁਤ। ਸੋ ਇੱਦਾਂ ਕਰਕੇ ਉਹ ਕਰੈਕਟਰ ਫੋਰਮ ਹੁੰਦਾ ਐਂਡ ਆਈ ਟਰਾਈ ਟੂ ਮੇਨਟੇਨ ਜਿੰਨਾ ਕੁ ਚਾਹੀਦਾ ਹੈ ਨੋਟ ਓਵਰ ਨੋਟ ਅੰਡਰ ਜਸਟ ਦੀ ਐਪਟ ਜਿੰਨੀ ਕੁ ਚਾਹੀਦੀ ਹੈ ਮੈਂ ਉਹ ਚੀਜ਼ ਸੋਚਣੀ ਹਾਂ ਅਤੇ ਉੱਦਾਂ ਇੱਕ ਉਹ ਕਰੈਕਟਰ ਡਿਵੈਲਪ ਹੋ ਜਾਂਦਾ। ਅੱਛਾ ਜਦੋਂ ਤਾਨੀਆ ਸਕ੍ਰਿਪਟ ਸੁਣਦੇ ਆ ਉਸ ਟਾਈਮ ਤੋਂ ਹੀ ਕਰੈਕਟਰ ਨੂੰ ਆਪਣੇ ਅੰਦਰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਇੱਦਾਂ ਸੋਚਦੇ ਕਿ ਚਲੋ ਜਦੋਂ ਫਿਲਮ ਸ਼ੁਰੂ ਹੋਏਗੀ ਉਦੋਂ ਦੇਖਾਂਗੇ। ਜਦੋਂ ਮੈਂ ਸਕ੍ਰਿਪਟ ਸੁਣਦੀ ਹਾਂ ਉਦੋਂ ਮੈਂ ਬੈਠੀ ਉੱਤੇ ਹੁੰਦੀ ਹਾਂ ਸੋ ਮਾਈ ਮਾਈਂਡ ਇਜ਼ ਸਮਵੇਅਰ ਐਲਸ ਆਊਟ ਆਫ ਦੀ ਵਿੰਡੋ ਬਟ ਜਦੋਂ ਫਿਰ ਮੈਂ ਘਰੇ ਬਹਿ ਕੇ ਬਾਅਦ 'ਚ ਸੋਚਦੀ ਹਾਂ ਕਿ ਉਹ ਸਕ੍ਰਿਪਟ 'ਚ ਕੀ ਸੀ ਐਂਡ ਆਲ ਉਦੋਂ ਫਿਰ ਮੈਨੂੰ ਥੋੜ੍ਹਾ ਬਹੁਤ ਕਰੈਕਟਰ ਦਾ ਪਤਾ ਲੱਗਦਾ ਦੈਨ ਆਈ ਬਾਈ ਮਾਈ ਸੈਲਫ ਥਿੰਕ ਔਨ ਦੀ ਕਰੈਕਟਰ ਦਿਸ ਇਜ਼ ਹਾਊ ਦੀ ਕਰੈਕਟਰ ਇਜ਼ ਫੋਰਮ ਬਿਕਾਜ਼ ਉਦੋਂ ਤੇ ਮੈਂ ਸੁਣਦੀ ਹੁੰਦੀ ਹਾਂ ਆਈ ਡੋਂਟ ਥਿੰਕ ਮਾਈ ਸੈਲਫ ਇਨ ਦੀ ਕਰੈਕਟਰ ਮੈਂ ਆਪਣੇ ਆਪ ਨੂੰ ਨਹੀਂ ਅਜ਼ਿਊਮ ਕਰਦੀ ਉਦੋਂ ਮੈਂ ਅਜ਼ਿਊਮ ਕਰਦੀ ਹਾਂ ਕਿ ਇੱਕ ਫਿਲਮ ਚੱਲ ਰਹੀ ਹੈ ਐਂਡ ਉਹ ਕੁੜੀ ਐਂਡ ਦੈਨ ਜਦੋਂ ਮੈਂ ਇਕੱਲੇ ਬਹਿ ਕੇ ਸੋਚਦੀ ਹਾਂ ਫਿਰ ਮੈਂ ਸੋਚਦੀ ਹਾਂ ਮੈਂ ਆਪਣੇ ਆਪ ਨੂੰ ਕਨਵਰਟ ਕਰਨਾ ਉਹ ਕੁੜੀ 'ਚ ਦਿਸ ਇਜ਼ ਹਾਊ ਇਟ ਇਜ਼ ਫੋਰਮਡ। ਉਹ ਮਤਲਬ ਇੰਨੀ ਚੰਗੇ ਤਰੀਕੇ ਨਾਲ ਐਕਸਪਲੇਨ ਵੀ ਕਰਦੇ ਆ ਤਾਨੀਆ ਕਿ ਮਜ਼ਾ ਆਉਂਦਾ ਗੱਲ ਸੁਣਨ ਦਾ। ਸੋ ਤਾਨੀਆ ਕਰੈਕਟਰਸ ਜਿੱਦਾਂ ਮੈਂ ਗੁਰਨਾਮ ਨਾਲ ਵੀ ਗੱਲ ਕਰ ਰਹੀ ਸੀ ਗੁਰਨਾਮ ਨੇ ਕਾਫੀ ਗੇਨ ਕੀਤਾ ਹੈ ਨਾ ਔਰ ਲੂਜ਼ ਵੀ ਉਨਾ ਹੀ ਕਰਨਗੇ ਇਸ ਫਿਲਮ ਦੇ ਲਈ ਰਾਈਟ। ਸੋ ਮੈਂ ਕਰੈਕਟਰ ਦਾ ਪੁੱਛ ਰਹੀ ਸੀ ਕਿ ਕਰੈਕਟਰ ਹਾਵੀ ਹੁੰਦੇ ਆ ਕਿਉਂਕਿ ਜਦੋਂ ਤੁਸੀਂ ਸੁਪਨਾ ਕੀਤੀ ਇੱਕ ਬਿਲਕੁਲ ਅਲੱਗ ਕਰੈਕਟਰ ਸੀਗਾ ਹੈ ਨਾ ਤੁਹਾਡੀ ਆਊਟਲੁੱਕ 'ਤੇ ਚਾਹੇ ਗੱਲ ਕਰੀਏ ਜਾਂ ਫਿਰ ਜਿੱਦਾਂ ਤੁਸੀਂ ਦਿਖੇ ਸੀਗੇ। ਸੋ ਇਸ ਫਿਲਮ ਦਾ ਜਿਹੜਾ ਕਰੈਕਟਰ ਹੈ ਉਹ ਕਿੰਨਾ ਕੁ ਦਿਮਾਗ 'ਤੇ ਬੋਝ ਪਾਉਣ ਵਾਲਾ ਹੈ ਜਾਂ ਫਿਰ ਬਹੁਤ ਜ਼ਿਆਦਾ ਉਸ ਲਈ ਕੰਮ ਕਰਨਾ ਪਿਆ। ਮੈਂ weight gain ਕੀਤਾ ਹੈ ਵਿਚ ਇਜ਼ ਵੈਰੀ ਹਾਰਡ। ਲੋਕੀ ਕਹਿੰਦੇ ਗੇਨ ਕਰਨਾ ਸੌਖਾ ਲੂਜ਼ ਕਰਨਾ ਔਖਾ ਬਈ ਈਦਰ ਵੇ ਦੋਵੇਂ ਚੀਜ਼ਾਂ ਹੀ ਔਖੀਆਂ ਬਿਕਾਜ਼ ਮੇਰਾ ਨੋਰਮਲੀ ਡੇਲੀ ਵਰਕਆਊਟ ਕਰਕੇ ਮੈਟਾਬੋਲਿਜ਼ਮ ਹਾਈ ਹੋ ਜਾਂਦਾ ਸੋ ਵਟ ਯੂ ਈਟ ਗੈਟ ਡਾਈਜੈਸਟਡ। ਪਹਿਲੇ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਮੈਂ ਖਾਈ ਜਾਂਦੀ ਹਾਂ ਲੱਗ ਹੀ ਨਹੀਂ ਰਿਹਾ ਨਾ ਆਮ ਸ਼ੌਕਡ ਕਿ ਜਾ ਕਿੱਥੇ ਰਿਹਾ ਐਂਡ ਜਦੋਂ ਲੱਗਦਾ ਫਿਰ ਉਹ ਇੱਕੋ ਦਮ ਲੱਗਦਾ। ਸੋ ਪਹਿਲੇ ਤਾਂ ਇਸ ਕਰੈਕਟਰ ਲਈ weight gain ਕਰਨਾ ਸੀ ਬਿਕਾਜ਼ ਆਫ ਸਰਟਨ ਰੀਜ਼ਨ ਤੁਹਾਨੂੰ ਫਿਲਮ ਵੇਖ ਕੇ ਪਤਾ ਲੱਗ ਜਾਏਗਾ। ਸੋ ਗੁਰਨਾਮ ਨੇ ਜ਼ਿਆਦਾ ਗੇਨ ਕਰਨਾ ਸੀ ਮੈਂ ਥੋੜ੍ਹਾ ਘੱਟ ਲਾਈਕ ਇਫ ਗੁਰਨਾਮ ਹੈਵ ਗੇਨਡ ਪ੍ਰੋਬੇਬਲੀ 25-27 ਆਈ ਹੈਵ ਗੇਨਡ 9 to 10 kgs ਬਟ ਇੰਨਾ weight gain ਕਰਨਾ ਸੀ ਸੋ 10 ਕਿਲੋ weight ਵਧਾਇਆ ਮੈਂ ਵੈਨ ਆਈ ਗੋ ਐਂਡ ਟੇਕ ਮਾਈ ਸ਼ਾਵਰ ਆਈ ਫੀਲ ਲਾਈਕ ਇੰਨਾ ਮਾਸ ਚੜ੍ਹ ਗਿਆ ਮੈਨੂੰ। ਸੋ ਦੈਟਸ ਅ ਡਿਫਰੈਂਟ ਥਿੰਗ ਇੱਕ ਆਪਣੇ ਆਪ ਨੂੰ ਸਵੇਰੇ ਸ਼ੀਸ਼ੇ 'ਚ ਉੱਠ ਕੇ ਵੇਖਣਾ ਅੱਡ ਲੱਗਦਾ ਹੈ ਬਿਕਾਜ਼ ਆਪਣੇ ਆਪ ਨੂੰ ਪਹਿਲੇ ਕਿੱਥੇ ਤੁਸੀਂ ਫਿੱਟ ਵੇਖਦੇ ਹੋ ਦੈਨ ਸਰਟਨਲੀ ਯੂ ਹੈਵ ਗੇਨਡ weight ਸੋ ਉਹ ਚੀਜ਼ਾਂ ਚੈਲੰਜਿੰਗ ਨੇ ਬਟ ਐਨੀ ਵੇਜ਼ ਦਿਸ ਇਜ਼ ਪਾਰਟ ਆਫ ਆਰ ਲਾਈਫ ਇਹ ਸਾਡਾ ਪ੍ਰੋਫੈਸ਼ਨ ਹੈ ਸੋ ਦੈਟਸ ਹਾਊ ਵੀ ਗੋ ਅਪ ਐਂਡ ਡਾਊਨ ਆਲਵੇਜ਼। ਬਟ ਸੀਰੀਅਸਲੀ ਲੱਗ ਨਹੀਂ ਰਿਹਾ ਕਿ ਹਜੇ ਤੁਸੀਂ ਗੇਨ ਕੀਤਾ ਮਤਲਬ ਇੱਦਾਂ ਲੱਗਦਾ ਕਿ ਨਹੀਂ ਫਿੱਟ ਹੈ ਤਾਨੀਆ ਬਿਲਕੁਲ। ਨਹੀਂ ਕਿ ਹਜੇ ਫਰੋਮ ਇਨਸਾਈਡ ਆਮ ਨਾਟ ਤੁਹਾਨੂੰ ਕੈਮਰੇ 'ਤੇ ਪਤਾ ਲੱਗੇ ਜਦੋਂ ਐਡਾ ਮੂੰਹ ਆਏਗਾ ਮੇਰਾ। ਓਕੇ ਸੋ ਤਾਨੀ ਇੱਕ ਛੋਟਾ ਜਿਹਾ ਰੈਪਿਡ ਫਾਇਰ ਆਪਾਂ ਖੇਲਾਂਗੇ ਰਾਈਟ। ਸੋ ਸਭ ਤੋਂ ਪਹਿਲਾ ਸਵਾਲ ਹੈ ਲੋਕ ਜ਼ਿਆਦਾਤਰ ਤਾਨੀਆ ਬਾਰੇ ਕੀ ਪਰਸੈਪਸ਼ਨ ਰੱਖਦੇ ਨੇ।
ਇਹ ਮੈਨੂੰ ਥੋੜੀ ਦੱਸਣਾ ਚਾਹੀਦਾ ਤੇ ਲੋਕਾਂ ਨੂੰ ਦੱਸਣਾ ਚਾਹੀਦਾ isn't it? ਕੋਈ ਵੀ ਮਤਲਬ ਜੋ ਸੁਣਿਆ ਹੋਵੇ ਅੱਛਾ ਕਿ ਤੁਸੀਂ ਗੱਲ ਕੀਤੀ ਹੋਵੇ ਕਿਸੇ ਨਾਲ, ਅੱਛਾ ਤੁਸੀਂ ਆਹ ਸੋਚਦੇ ਸੀ ਮੇਰੇ ਬਾਰੇ ਜਦੋਂ ਮੈਨੂੰ ਪਹਿਲੀ ਵਾਰ ਦੇਖਿਆ ਜਾਂ No, ਇਹਦਾ ਮੇਰੇ ਕੋਲ ਕੋਈ ਜਵਾਬ ਨਹੀਂ ਗਾ ਸੌਰੀ ਓਕੇ ਨੈਕਸਟ ਹੈ ਆਪਣੇ ਬਾਰੇ ਸੁਣਿਆ ਕੋਈ ਰਿਊਮਰ Yeah, the rumor was that me and Maninder Bhuttar are dating. That's totally wrong. ਓਕੇ ਜੇ ਡੇਟਿੰਗ ਦਾ ਮੈਨੂੰ ਯਾਦ ਆਇਆ ਤੁਸੀਂ ਸੋਨਮ ਦੇ ਸ਼ੋਅ 'ਚ ਗਏ ਸੀ ਐਂਡ ਤੁਸੀਂ ਕਿਹਾ ਕਿ ਹਾਂ ਅਗਰ ਮੈਂ ਡੇਟ ਕਰੂੰਗੀ ਤੇ ਕਰ ਸਕਦੀ ਹਾਂ ਏਪੀ ਢਿੱਲੋਂ ਨੂੰ No, there was also ਉਹਨਾਂ ਨੇ ਪੁੱਛਿਆ if you will do. ਅਗਰ ਤੁਸੀਂ ਕਰ ਉਹਨਾਂ ਨੇ ਮੇਰੀ ਪਰਸਨਲ ਚੋਇਸ ਨਹੀਂ ਪੁੱਛੀ so I was like okay that person's work is good that's okay. ਤਾਂ ਸੋਸ਼ਲ ਮੀਡੀਆ ਤੇ ਪੂਰਾ ਇਹਦਾ ਫੈਲ ਗਿਆ ਉਸ ਤੋਂ ਬਾਅਦ ਤਾਨਿਆ ਨੇ ਕੀ ਸੋਚਿਆ ਯਾਰ ਮੈਂ ਕਿਉਂ ਇਹ ਆਨਸਰ ਦਿੱਤਾ ਕੁਝ ਇਦਾਂ ਦਿਮਾਗ ਚੀਜ਼ ਆਈ ਦਿਮਾਗ ਵਿੱਚ Yeah, I was like ਯਾਰ ਉਹਨਾਂ ਨੇ ਪੁੱਛਿਆ ਸੀ ਕੋਈ ਵੀ ਦੱਸ ਦੋ what you feel ਤੇ ਮੈਂ ਦੱਸਤਾ ਇਹਦਾ ਮਤਲਬ ਇਹ ਥੋੜੀ ਕਿ ਯਾਰ ਸੱਚੀ ਓਕੇ ਨੈਕਸਟ ਕੁਐਸਚਨ ਹੈ ਜਿਨ੍ਹਾਂ ਨਾਲ ਤੁਹਾਡੀ ਸੋਚ ਨਹੀਂ ਰਲਦੀ ਉਹਨਾਂ ਲਈ ਕੋਈ ਇੱਕ ਵਰਡ ਇਹ ਤਾਂ ਤੁਸੀਂ ਦੇ ਸਕਦੇ ਹੋ ਕੋਈ ਇੱਕ word ਕੁਝ ਵੀ ਕਹਿਣਾ ਹੋਵੇ ਕੋਈ ਵੀ negative people. ਓਕੇ ਓਕੇ ਤਾਨੀਆ ਦੀ ਸਭ ਤੋਂ ਵੱਡੀ ਡਿਜ਼ਾਇਰ ਕੀ ਹੈ To be on set always. ਅਸੀਂ ਤਾਂ ਇਹ ਉਮੀਦ ਹਾਂ ਮੈਂ ਵੈਨ 'ਚ ਸੋ ਸਕਦੀ ਹਾਂ ਮੈਂ ਇੱਥੇ ਰਹਿ ਸਕਦੀ ਹਾਂ ਡਜ਼ਨਟ ਮੈਟਰ ਤੁਸੀਂ ਮੈਨੂੰ ਏਡੀ ਬਣਾ ਕੇ ਰੱਖੋ ਤੁਸੀਂ ਮੈਨੂੰ ਸਪੌਟ ਬਣਾ ਕੇ ਕੈਮਰਾਮੈਨ ਲਾਈਟਿੰਗ ਕੁਛ ਬਣਾ ਕੇ ਰੱਖ ਲਓ ਬਸ ਮੈਨੂੰ ਸੈੱਟ ਤੇ ਰੱਖੋ ਓਕੇ ਸੋ ਤਾਨੀਆ ਸਿੰਗਲ ਹੋਣਾ ਪ੍ਰੈਫਰ ਕਰਦੀ ਹੈ ਅਗਲੇ 2 ਸਾਲਾਂ ਤੱਕ ਜਾਂ ਮਿੰਗਲ ਮੇਰੇ ਘਰ ਦੇ ਹੀ ਦੱਸ ਸਕਦੇ ਵੀ ਉਹ ਕੀ ਚਾਹੁੰਦੇ ਓਕੇ ਲਾਸਟ ਤੁਹਾਡੀ ਇੱਕ ਚੀਜ਼ ਜੋ ਤੁਹਾਨੂੰ ਲੱਗਦਾ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਅਟਰੈਕਟ ਕਰਦੀ ਹੈ ਮੇਰੀ being a public figure I would say कि positive रहना बहुत इफेक्ट करता है because sometimes when somebody is low and you are posting something motivational and जो कोई पढ़ता है तो वो उन्हें motivation मिलती है so it's very important to be always high and in positive and good spirit क्योंकि थोनों लोग की follow करते हैं especially youth especially kids so to be a good human is something I feel बहुत मैटर करता है बाहर लोगों च perception ਓਕੇ ਸੋ ਤਾਨੇ ਇੱਕ ਸਵਾਲ ਹੈ ਕਿ ਐਕਸਪੈਕਟੇਸ਼ਨ ਵਰਡ ਜਦੋਂ ਆਉਂਦਾ ਹੈ ਨਾ ਖੁਦ ਵਿੱਚ ਹੀ ਬਹੁਤ ਵੱਡਾ ਵਰਡ ਔਰ ਬਹੁਤ ਕੁਝ ਆਪਾਂ ਚੀਜ਼ਾਂ ਸੋਚਣ ਲੱਗ ਪੈਂਦੇ ਹਾਂ ਤਾਨੀਆ ਦੇ ਹਿਸਾਬ ਨਾਲ ਐਕਸਪੈਕਟ ਕਰਨਾ ਪਹਿਲੇ ਤੋਂ ਹੀ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਗਲਤ expectation of anything ਕੋਈ ਨਹੀਂ ਕਰਨੀ ਚਾਹੀਦੀ ਆਈ ਥਿੰਕ ਲੈਟ ਇਟ ਗੋ ਵਿਦ ਦ ਫਲੋ ਯੂ ਕੈਨੋਟ ਅਸੀਂ ਕਰ ਹੀ ਨਹੀਂ ਸਕਦੇ ਐਕਸਪੈਕਟ ਯੂ ਨੈਵਰ ਨੋ ਕਿ ਤੁਸੀਂ ਉਹ ਚੀਜ਼ ਵੇਖਣੀ ਵੀ ਹੈ ਕਿ ਨਹੀਂ ਵੇਖਣੀ ਸੋ ਯੈਸ ਬੀ ਇਨ ਪੋਜ਼ੀਟਿਵ ਐਂਡ ਗੁੱਡ ਟਰਮਸ ਬਟ ਐਕਸਪੈਕਟੇਸ਼ਨਸ ਤੁਹਾਨੂੰ ਦੁੱਖ ਹੀ ਦੇਣਗੀਆਂ ਮੇਰਾ ਪਰਸਨਲ ਐਕਸਪੀਰੀਅੰਸ ਹੈ ਹੋਰ ਉਸ ਤੋਂ ਬਾਅਦ ਤਾਂ ਕਦੀ ਕੁਝ ਦਿੱਤਾ ਨਹੀਂ ਐਕਸਪੈਕਟੇਸ਼ਨਸ ਨੇ ਬਟ ਹਾਂ ਇੱਕ ਮਾਈਂਡ ਸੈਟਅਪ ਜਿਹਾ ਕ੍ਰੀਏਟ ਕਰ ਦਿੰਦੀ ਹੈ ਸੋ ਜੇ ਉਹ ਵਧੀਆ ਪੈ ਜੇ ਤਾਂ ਖੁਸ਼ੀ ਦੇ ਦਿੰਦੀ ਹੈ ਜੇ ਨਹੀਂ ਵਧੀਆ ਪਏ ਤਾਂ ਉਹ ਬਿਨਾਂ ਵਜ੍ਹਾ ਦਾ ਸਟ੍ਰੈਸ ਹੈ ਸੋ ਐਕਸਪੈਕਟੇਸ਼ਨਸ ਡੋਂਟ ਗਿਵ ਐਨੀਥਿੰਗ ਓਕੇ ਸੋ ਲਾਸਟ ਸਵਾਲ ਹੈ ਤੁਹਾਡੇ ਕਰੈਕਟਰ ਨੂੰ ਲੈ ਕੇ ਤੁਸੀਂ ਕਿਹਾ ਕਿ ਮੈਂ ਆਪਣਾ weight gain ਕੀਤਾ ਹੈ ਰਾਈਟ ਔਰ weight gain ਕਰਨਾ ਈਜ਼ੀ ਤੁਸੀਂ ਕਿਹਾ ਕਿ ਨਹੀਂ ਸੀਗਾ ਹੈ ਨਾ ਤਾਂ ਲੂਜ਼ ਕਰਨਾ ਤਾਂ ਆਨੇ ਲਈ ਈਜ਼ੀ ਹੈ ਕਿ ਉਹਦੇ ਵਿੱਚ ਵੀ ਟਾਈਮ ਲੱਗੂਗਾ ਉਹ ਠੀਕ ਹੈ ਬਿਕਾਜ਼ ਹਾਂ ਮੈਨੂੰ ਲੱਗਦਾ ਦੈਟ ਇਜ਼ ਓਕੇ ਆਈ ਇੰਜੋਏ ਗੋਇੰਗ ਟੂ ਜਿਮ ਐਂਡ ਵਧੀਆ ਲੱਗਦਾ ਮੈਨੂੰ ਆਈ ਫੀਲ ਮੋਰ ਐਨਰਜੈਟਿਕ ਸੋ ਆਈ ਨਥਿੰਗ ਕਮਸ ਈਜ਼ੀ ਬਾਈ ਟੂ ਬੀ ਓਨੈਸਟ ਐਵੇਂ ਮੈਂ ਕੀ ਬੋਲਾਂ ਬਟ ਠੀਕ ਹੈ ਓਕੇ ਸੋ ਨਾਨੇ ਆਂਦੇ ਜਗਦੀਪ ਸਿੱਧੂ ਲਈ ਕੁਝ ਕਹਿਣਾ ਚਾਹੋਗੇ ਕਿਉਂਕਿ ਫਿਲਮ ਉਹਨਾਂ ਨੇ ਲਿਖੀ ਹੈ ਤੁਸੀਂ ਉਹਨਾਂ ਨਾਲ ਪਹਿਲੇ ਵੀ ਕੰਮ ਕੀਤਾ ਹੋਇਆ ਔਰ ਬਾਕਮਾਲ ਉਹ ਪ੍ਰੋਜੈਕਟਸ ਰਹੇ ਵੀ ਹੈ ਸੋ ਇਸ ਫਿਲਮ ਦੇ ਨਾਲ ਕੀ ਤੁਸੀਂ ਸੋਚਦੇ ਹੋ ਜਗਦੀਪ ਦੇ ਕੰਮ ਨੂੰ ਕਿੰਨਾ ਕੁ ਜ਼ਿਆਦਾ ਪਸੰਦ ਕੀਤਾ ਦੁਬਾਰਾ ਜੇ ਮੈਂ ਉਹਨਾਂ ਦੀ ਪ੍ਰੋਫੈਸ਼ਨਲੀ ਗੱਲ ਕਰਾਂ ਹੀ ਇਜ਼ ਵਨ ਮੈਨ ਆਰਮੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਗੀ ਹੀ ਹਿਮਸੈਲਫ ਇਜ਼ ਅ ਕੰਪਲੀਟ ਪਰਸਨ ਉਹਨਾਂ ਦਾ ਥਾਟ ਪ੍ਰੋਸੈਸ ਇੰਨਾ ਕੁ ਸਟਰੋਂਗ ਹੈ ਨਾ ਦੈਟ ਵੀ ਕੈਨੋਟ ਇਵਨ ਥਿੰਕ ਵਾਟ ਹੀ ਥਿੰਕਸ ਐਂਡ ਦੈਨ ਇਟ ਕਮਸ ਟੂ ਪੇਪਰ ਇੱਕ ਸਾਡੇ ਦਿਮਾਗ 'ਚ ਵੀ 100 ਚੀਜ਼ਾਂ ਚੱਲਦੀਆਂ ਬਟ ਅਸੀਂ ਉਹਨੂੰ ਉਨੇ ਤਰੀਕੇ ਨਾਲ ਪੋਰਟਰੇ ਨਹੀਂ ਕਰ ਸਕਦੇ ਪੇਪਰ ਦੇ ਇੱਕ ਡਾਇਲੋਗ 'ਚ ਰਾਈਟ ਬਟ ਉਹ ਕਰ ਦਿੰਦੇ ਨੇ ਸੋ ਹੀ ਇਜ਼ ਦੈਟ ਇੰਟੈਲੀਜੈਂਟ ਇਨ ਹਿਮਸੈਲਫ ਐਂਡ I have hardly seen him taking help of anybody and ਬਲਕਿ ਆਪ ਜਾ ਕੇ ਉਹ 100 ਬੰਦਿਆਂ ਦੀ ਹੈਲਪ ਕਰਦੇ ਸੋ ਇਜ਼ ਆਈ ਵੁੱਡ ਸੇ ਵਨ ਮੈਨ ਆਰਮੀ ਐਂਡ ਜੇ ਪਰਸਨਲੀ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਤੋਂ ਵਧੀਆ ਆਈ ਡੋਂਟ ਥਿੰਕ ਆਈ ਹੈਵ ਨੈਵਰ ਸੀਨ ਸੱਚ ਅ ਹੰਬਲ ਪਰਸਨ ਐਵਰ ਇਜ਼ very kind hearted and very humble personally I know him because I've already done couple more projects with him so he's that sort of person ਓਕੇ ਸੋ ਜਾਂਦੇ ਜਾਂਦੇ ਲੇਖ ਲਈ ਕੀ ਕਹਿਣਾ ਚਾਹੋਗੇ ਮੈਂ ਲੇਖ ਲਈ ਇਹ ਕਹਿਣਾ ਚਾਹੂੰਗੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਾ ਕੇ ਥੀਏਟਰ 'ਚ ਲੇਖ ਨੂੰ ਵੇਖ ਕੇ ਆਓ ਅਸੀਂ ਦੋਵਾਂ ਨੇ ਭਾਰ ਵਧਾਇਆ ਫਿਰ ਅਸੀਂ ਦੋਵਾਂ ਨੇ ਭਾਰ ਘਟਾਇਆ ਸੋ ਵੀ ਵਰਕ ਲਿਟਰਲੀ ਹਾਰਡ ਰਾਈਟਰ ਨੇ ਬਹੁਤ ਸੋਹਣੀ ਸਟੋਰੀ ਲਿਖੀ ਹੈ ਡਾਇਰੈਕਟਰਸ ਨੇ ਬਹੁਤ ਵਧੀਆ ਕੰਮ ਕੀਤਾ ਮੀ ਐਂਡ ਗੁਰਨਾਮ ਹੈਵ ਗਿਵਨ ਆਰ ਬੈਸਟ ਜਾਨੀ ਐਂਡ ਪ੍ਰੈਕੀ ਦਾ ਮਿਊਜ਼ਿਕ ਇਜ਼ ਆਲਵੇਜ਼ ਬਿਯੋਂਡ ਐਕਸਪੈਕਟੇਸ਼ਨਸ ਯੂ ਨੋ ਬਿਯੋਂਡ ਬਹੁਤ ਵੱਡੀ ਚੀਜ਼ ਹੈ ਸੋ
we have literally worked hard, and ਅਸੀਂ ਆਪਣੀ ਪੂਰੀ ਵਾਲ ਆਤੀ ਹੈ to entertain you again with one of the, I would say, finest love story. So ਤੁਸੀਂ ਜਾਓ ਇਹਨਾਂ ਨੂੰ ਵੇਖ ਕੇ ਆਓ. ਥੈਂਕ ਯੂ ਸੋ ਮਚ ਤਾਨੀਆ. Thank you. ਸੋ ਇਸ ਇਨਸਾਨਾ ਤਾਨੀਆ. ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ.